ਅੱਜ ਅਸੀਂ ਪਹੁੰਚੇ ਹਾਂ ਜੀ ਧਰਤੀਨਾਥ ਮੱਠ ਵਿੱਚ। ਗੁਰਦਾਸਪੁਰ ਦਾ ਧਰਤੀਨਾਥ ਮੱਠ ਜਿਹੜਾ ਵਾ ਜੀ ਗੁਰਦਾਸਪੁਰ ਦੇ ਧਾਰੀਵਾਲ ਰੋਡ ਦੇ ਉੱਪਰ ਆ। ਔਰ ਮੈਂ ਦਿਖਾਣਾ ਤੁਹਾਨੂੰ ਵੀ ਇੱਥੇ 11 ਧੁਨੀ ਤਪੱਸਿਆ ਜਿਹੜੀ ਚੱਲ ਰਹੀ ਸੀ ਜੀ। ਪਿਛਲੇ 1 ਮਹੀਨੇ ਤੋਂ ਜਿਹੜਾ ਇਹ ਕਾਰਿਆਕਰਮ ਚੱਲਦਾ ਪਿਆ ਸੀ। 11 ਧੁਨੀ ਤਪੱਸਿਆ ਜਿਹੜੀ ਬੜੀ ਕਠਿਨ ਤਪੱਸਿਆ ਵਾ ਜੀ। ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਕਲੋਜ਼ ਕਰਕੇ ਦਿਖਾਉਣ। ਇਹ ਤਪੱਸਿਆ ਜਿਹੜੀ ਆ ਦੇਖੋ 11 ਧੁਨੀਆਂ ਜਿਹੜੀਆਂ ਲੱਗੀ ਦੀਆਂ ਵਾ ਔਰ ਮਹਾਰਾਜ ਜਿਹੜੇ ਵਿੱਚ ਬੈਠ ਕੇ ਤੇ ਤਪ ਕਰਦੇ ਨੇ ਜੀ। ਬਹੁਤ ਕਠਿਨ ਤਪਿਆ ਵਾ। ਔਰ ਇਹ ਤਪੱਸਿਆ ਜਿਹੜੀ ਆ ਖਾਸ ਕਰਕੇ ਦੇਖੋ ਗਰਮੀਆਂ ਦਾ ਮੌਸਮ ਆ ਜੀ। ਔਰ ਜੂਨ ਜੁਲਾਈ ਦੇ ਮਹੀਨੇ ਵਿੱਚ ਇਹ ਤਪ ਜਿਹੜਾ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ। ਇਹ ਮਹਾਰਾਜ ਨੇ ਜਿਹੜਾ ਤਪ ਕੀਤਾ ਵਾ ਜੀ, ਇਹਦੇ ਵਿੱਚ ਖਾਸ ਗੱਲ ਇਹ ਆ ਵੀ ਜਨ ਕਲਿਆਣ ਲਈ ਔਰ ਕਰੋਨਾ ਵਰਗੀਆਂ ਜਿਹੜੀਆਂ ਮਹਾਮਾਰੀਆਂ ਨੇ ਉਹਨਾਂ ਤੋਂ ਬਚਾਅ ਵਾਸਤੇ ਇਹ ਕਾਰਿਆਕਰਮ ਜਿਹੜਾ ਕੀਤਾ ਜਾਂਦਾ ਵਾ। ਇਹ ਲਗਭਗ ਜਿਹੜਾ ਜੀ 1 ਮਹੀਨੇ ਤੋਂ ਇਹ ਕਾਰਿਆਕਰਮ ਜਿਹੜਾ ਚੱਲ ਰਿਹਾ ਸੀ। ਅੱਜ ਇਹਦੀ ਸਮਾਪਤੀ ਜਿਹੜੀ ਹੋਣ ਵਾਲੀ ਆ। ਔਰ ਸਮਾਪਤੀ ਤੇ ਜਿਹੜਾ ਵਾ ਜੀ ਇੱਥੇ ਭੰਡਾਰਾ ਰੱਖਿਆ ਵਾ। ਉਹ ਸਾਧੂ ਮਹਾਤਮਾ ਵੀ ਜਿਹੜੇ ਦੂਰ ਤੋਂ ਆਏ ਨੇ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਮਾਗਮ ਜਿਹੜਾ ਚੱਲ ਰਿਹਾ ਵਾ। ਸਾਧੂ ਮਹਾਤਮਾ ਨੂੰ ਤੁਹਾਨੂੰ ਦੱਸਦਾ ਵਾਂ, ਇਹ ਬੈਠੇ ਦੇ ਨੇ ਜੀ। ਇਹ ਦੂਰ ਤੋਂ ਜਿਹੜੇ ਮਹਾਤਮਾ ਆਏ ਨੇ ਇਹਨਾਂ ਦੇ ਦਰਸ਼ਨ ਕਰਨ ਨੂੰ ਇਸੇ ਮਿਲ ਰਹੇ ਨੇ। ਔਰ ਇਹ ਪ੍ਰੋਗਰਾਮ ਜਿਹੜਾ ਵਾ ਮੈਂ ਦੱਸਿਆ ਤੁਹਾਨੂੰ ਵੀ ਪਿਛਲੇ 1 ਮਹੀਨੇ ਤੋਂ ਜਿਹੜਾ ਇਹ ਕਾਰਿਆਕਰਮ ਚੱਲ ਰਿਹਾ ਵਾ। 11 ਧੂਣੀ ਤਪ ਜਿਹੜਾ ਵਾ ਬਹੁਤ ਕਠਿਨ ਤਪ ਆ। ਔਰ ਇੱਕ ਵਾਰੀ ਫਿਰ ਮੈਂ ਕੈਮਰਾਮੈਨ ਨੂੰ ਕਹਾਂ ਦਿਖਾਓ। ਦੇਖੋ ਸਾਡੇ ਕੋਲ ਲਾਗੇ ਵੀ ਖੜਿਆ ਨਹੀਂ ਜਾ ਰਿਹਾ। ਔਰ ਇਹਦੇ ਵਿੱਚ ਜਿਹੜਾ ਬੈਠ ਕੇ ਮਹਾਰਾਜ ਵੱਲੋਂ ਜਿਹੜਾ ਤਪ ਜਿਹੜਾ ਕੀਤਾ ਜਾਂਦਾ ਵਾ ਬਹੁਤ ਕਠਿਨ ਤਪ ਆ। ਔਰ ਇਹ ਸਾਰਾ ਜਿਹੜਾ ਤਪ ਜਿਹੜਾ ਵਾ ਤੁਹਾਡੇ ਲਈ ਹੈ ਜੀ। ਯਾਨੀ ਕਿ ਤੁਹਾਡੀ ਸਿਹਤ ਚੰਗੀ ਰਹੇ, ਤੁਸੀਂ ਤੰਦਰੁਸਤ ਰਹੋ, ਜਨ ਕਲਿਆਣ ਜਿਹੜਾ ਵਾ ਉਹਦੇ ਲਈ ਇਹ ਸਾਰਾ ਕੀਤਾ ਜਾਂਦਾ ਵਾ। ਬੜਾ ਵੱਡਾ ਉਪਰਾਲਾ ਜਿਹੜਾ ਵਾ ਇਹ ਧਰਤੀਨਾਥ ਮੱਠ ਵਿੱਚ ਹੋ ਰਿਹਾ ਵਾ। ਸੋ ਮਰਦੇ ਉਹਨਾਂ ਤੋਂ ਜਾਣਦੇ ਆ ਇਸ ਤਪ ਬਾਰੇ ਔਰ ਅੱਜ ਜਿਹੜੀ ਸਮਾਪਤੀ ਹੋਈ ਆ ਉਹਦੇ ਬਾਰੇ ਗੱਲਬਾਤ ਕਰਦੇ ਆ। 11 ਧੁਨੀ ਜਿਹੜਾ ਤਪ ਚੱਲ ਰਿਹਾ ਜੀ ਧਰਤੀਨਾਥ ਮੱਠ ਵਿੱਚ। ਮਹਾਰਾਜ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ। ਅੱਜ ਸਮਾਪਤੀ ਹੈ ਜੀ। ਔਰ ਗਊਸ਼ਾਲਾ ਵੀ ਇੱਥੇ ਜਿਹੜੀ ਸੁੰਦਰ ਗਊਸ਼ਾਲਾ ਵਾ ਜੀ, ਗਊਆਂ ਦੀ ਪੂਜਾ ਵੀ ਅੱਜ ਹੋਣੀ ਆ। ਉਸ ਤੋਂ ਬਾਅਦ ਭੰਡਾਰਾ ਜਿਹੜਾ ਸ਼ੁਰੂ ਹੋਣਾ ਵਾ। ਸੋ ਮਹਾਰਾਜ ਨਾਲ ਗੱਲਬਾਤ ਕਰਦੇ ਆ ਜੀ। ਮਹਾਰਾਜ ਜਿਹੜੀ ਤਪ ਚੱਲ ਰਿਹਾ ਸੀ 11 ਧੁਨੀ ਤਪ ਚੱਲ ਰਿਹਾ ਸੀ, ਪਹਿਲਾਂ ਉਹਦੇ ਨਾਲ ਦੱਸ ਦਿਓ ਔਰ ਅੱਜ ਸਮਾਪਤੀ ਤੇ ਵੀ थोड़ा ਦੱਸੋ। आज समाप्ति 31 दिन की तपस्या थी 11 धूनी जी। ये सब शांति के लिए होती है। आज ये समाप्ति है इसका। उसकी समाप्ति में क्या क्या कार्यक्रम है? गौ माता का पूजन है, फिर पूजन के बाद में हवन है, हवन के बाद फिर ये भंडारा है। मतलब बहुत कठिन तप है जी। ये तप किस लिए करते हैं जी? विश्व शांति के लिए होता है। जैसे कोविड जैसी बीमारी चल रही है, कोई भी जैसे बीमारी है कुछ भी है जी उसके लिए। शहरवासियों को क्या संदेश देना चाहते हैं? शहरवासियों को बहुत बहुत बधाई है। देखो जी ਵਧਾਈ ਦੇ ਰਹੇ ਮਹਾਰਾਜ। ਔਰ ਵਾਕਈ ਬੰਦੀ ਵੀ ਹੈਗੀ ਹੈ ਜੀ। ਬੜਾ ਵੱਡਾ ਕਾਰਿਆਕਰਮ ਜਿਹੜਾ ਕੀਤਾ ਵਾ ਛੋਟੀ ਗੱਲ ਨਹੀਂ ਹੈਗੀ। 11 ਧੂਣੀ ਤਪ ਜਿਹੜਾ ਵਿੱਚ ਬਹਿਣਾ ਕੋਈ ਛੋਟੀ ਗੱਲ ਨਹੀਂ, ਬੜੀ ਵੱਡੀ ਗੱਲ ਆ। ਦੇਖੋ ਸਾਡੇ ਤੁਹਾਡੇ ਲਈ ਸਭ ਕੁਝ ਹੋ ਰਿਹਾ ਵਾ ਜੀ। ਤੁਸੀਂ ਤੰਦਰੁਸਤ ਰਹੋ, ਤੁਹਾਡੀ ਸਿਹਤ ਜਿਹੜੀ ਸਹੀ ਰਹੇ, ਇਹਦੇ ਵਾਸਤੇ ਮਹਾਰਾਜ ਸਭ ਕੁਝ ਕਰ ਰਹੇ ਨੇ। ਮਹਾਰਾਜ ਅੱਜ ਦਾ ਜਿਹੜਾ ਕਾਰਿਆਕਰਮ ਹੋ ਰਿਹਾ ਜੀ ਉਹਦੇ ਬਾਰੇ ਥੋੜਾ ਚਾਨਣਾ ਪਾ ਦਿਓ। बाबा सोमनाथ जी जो तपस्या किया है यहाँ पे 11 धूनी का तपस्या 31 दिन आज पूर्ण है जी। तो उसी हिसाब से आज के दिन में गौ माता की पूजन, साथ में हवन पूजन और भंडारे की बंदोबस्त किया गया है। आज का दिन हम भगवान से प्रार्थना करते हैं कि धूनी तप रहे, स्वयं गोरखनाथ जी महाराज के शांति सुख बजाय रहे, सब दोस्त यारी बजाय रहे, सब प्रेम में रहे, कोई एक दूसरे के दुश्मन ना बने। बिल्कुल। और क्या शहर वालों के इसके लिए बहुत अभिनंदन, हार्दिक अभिनंदन शहर वालों को हमारे संत परिवार की तरफ से। महाराज एक सुंदर सरोवर भी है, सरोवर का भी काम चल रहा है जी। अभी तो काम यहाँ पे शुरू हुआ है, अपने देख रेख में ये काम यहाँ शुरू हुआ है, काम चल रहा है। तपस्या की प्रारंभ जिस दिन से किए हैं उस दिन से तपस्या के साथ साथ और भी काम चल रहा है। सरोवर की काम वहाँ पे हमने गौशाला की गौ माता की सेवा के लिए पट्ठेों की वहाँ पे कर रखे हैं, वहाँ पे बो रखे हैं, पट्ठे बो रखे कि आने वाला दिन में कि गौ माता की भोजन की बंदोबस्त उसमें से हो जाएगा। आने वाले समय में सरोवर जो है सुंदर सरोवर का रूप दिया जाएगा इसको। हाँ वैसी तो विचार है। हमारा गुरु महाराज की भी इच्छा था कि वो सुंदर सरोवर की रूप दिया जाए, मगर थोड़ी धीरे धीरे कार्रवाई करनी चाहते हैं हम लोग। आने वाला दिन में एक सुंदर सरोवर यहाँ पे बना रहे हैं, तो इच्छा है मन में। ये जो कठिन तप जो करते हैं महाराज ये हर साल होगा, आगे भी चलता रहेगा? गुरु महाराज की इच्छा से तो हर साल ही होना है। गुरु महाराज की माया है, बाकी सब वो अगर कृपा बरसाते रहेंगे तो हम लोग तपस्या करते रहेंगे, उसमें कोई ये नहीं। इसमें से सब और भी है कि तप भूमि में साथ देना चाहिए। तप भूमि में जी, भूमि में तो तप देने के लिए संत तैयार होती है, एक से एक बढ़कर बड़े बड़े संत महात्मा तैयारी होती है। ऐसी गुरदासपुर शहर के बीच भी मौजूद है ऐसी संत जो 11 दिन 11 धूनी का तपस्या कर रहे हैं, 31 दिन से तपस्या कर रहे हैं। तो ऐसी संत को साथ शहरवासियों को भी सहयोगिता करना चाहिए, हर कर्म में इसके साथ जुड़ा रहना चाहिए कि आने वाला दिन में तब कुछ शहर समाज के लिए और शहर के लिए कुछ अच्छा होगा। बिल्कुल जी बिल्कुल। मगर इससे पहले भी गुरदासपुर में ऐसा कार्यक्रम हुआ कभी? ये 11 धूनी नहीं हुआ। नहीं हुआ जी। सुनने में आया कानूवान में एक बार हुआ जी। कानोवाल में हुआ था, उसके बाद यहाँ पे हुआ। उसके बाद यहाँ पर बिल्कुल जी बिल्कुल। की कहोगे जी जो तप चल रहा है जी बड़ा कठिन तप आ और किसी ने देखा तो साढ़े वास्ते ही है सरकार दे महाराज। देखो जी ਜਿਹੜਾ ਤਪ ਚੱਲ ਰਿਹਾ ਮੈਂ ਤਾਂ ਕਹਿੰਦਾ ਵੀ ਸ਼ਾਇਦ
ਗੁਰਦਾਸਪੁਰ ਦੇ ਵਿੱਚ ਇਹ ਦੂਸਰੀ ਵਾਰ ਹੈ। ਪਹਿਲੀ ਵਾਰ ਤੇ ਕਾਨੂੰਨ ਦੇ ਵਿੱਚ ਕਿਤਾਬ ਹੋਇਆ ਸੀ, ਉਹ ਵੀ ਇਹਨਾਂ ਸੰਤਾਂ ਨੇ ਕੀਤਾ ਸੀ। ਤੇ ਹੁਣ ਇਸ ਡੇਰੇ ਦੇ ਮੁਖੀ ਮੇਨ ਸੰਤ ਬਾਬਾ ਸੋਮਨਾਥ ਜੀ ਹੈ। ਇਸ ਤੋਂ ਪਹਿਲੇ ਪਰਮ ਪੂਜਯ ਸਤਿਗੁਰੂ ਮਹਾਰਾਜ ਬਾਬਾ ਵੈਰੋਨਾਥ ਜੀ ਮਹਾਰਾਜ ਜਿਨ੍ਹਾਂ ਦੀ ਬ੍ਰਹਮ ਅਲੀਨ ਹੋ ਚੁੱਕੇ ਨੇ, ਉਹਨਾਂ ਤੋਂ ਬਾਅਦ 'ਚ ਇਹਨਾਂ ਨੂੰ ਗੱਦੀ ਦੇ ਵਿਰਾਜਮਾਨ ਕੀਤਾ ਗਿਆ ਆ। ਜੋ ਹਾਲਾਤ ਚੱਲ ਰਿਹਾ ਇਸ ਵਕਤ ਕੋਵਿਡ ਦਾ ਚੱਲ ਰਿਹਾ 2 ਸਾਲ ਤੋਂ ਲਗਾਤਾਰ ਹੀ, ਇਹਨਾਂ ਦੇ ਮਨ ਦੀ ਇਹੋ ਹੀ ਭਾਵਨਾ ਸੀ ਕਿ ਅਸੀਂ ਵਿਸ਼ਵ ਵਾਸਤੇ ਕੋਈ ਇਹੋ ਜਿਹਾ ਕੰਮ ਕਰੀਏ ਜਿਸ ਦੇ ਵਿੱਚ ਲੋਕਾਂ ਨੂੰ ਪ੍ਰੇਰਨਾ ਮਿਲੇ, ਤੰਦਰੁਸਤੀ ਮਿਲੇ। ਔਰ ਉਸ ਵਾਸਤੇ ਇਹਨਾਂ ਨੇ ਵਿਸ਼ਵ ਦੇ ਕਲਿਆਣ ਵਾਸਤੇ 11 ਧੂਣੀ ਦਾ ਤਪ ਜਿਹੜਾ 31 ਦਿਨ ਲਗਾਤਾਰ ਹੀ ਇਸ ਕਿੰਨੀ ਗਰਮੀ 'ਚ ਪੈ ਰਹੀ ਗਰਮੀ ਉਸ ਦੇ ਵਿੱਚ ਕੀਤਾ ਇਹਨਾਂ ਨੇ। ਔਰ ਅੱਜ ਉਸ ਦੀ ਸਮਾਪਤੀ ਹੈ। ਇਸ ਤੋਂ ਬਾਅਦ 'ਚ ਗਊ ਮਾਤਾ ਜੀ ਦਾ ਪੂਜਨ ਹੋਏਗਾ। ਗਊ ਮਾਤਾ ਜੀ ਦੇ ਪੂਜਨ ਤੋਂ ਬਾਅਦ 'ਚ ਹਵਨ ਜਗ ਹੋਏਗਾ। ਹਵਨ ਜਗ ਤੋਂ ਬਾਅਦ 'ਚ ਲੰਗਰ ਭੰਡਾਰਾ ਵਰਤਾਇਆ ਜਾਏਗਾ। ਦੇਖੋ ਦੂਰ ਦੂਰ ਤੋਂ ਸੰਤ ਮਹਾਂਪੁਰਸ਼ ਇਸ ਜਗ੍ਹਾ ਤੇ ਬਿਰਾਜਮਾਨ ਨੇ। ਔਰ ਅਸੀਂ ਹਰ ਸ਼ਹਿਰ ਵਾਸੀ ਹੈਗੇ, ਹਰ ਨਗਰ ਵਾਸੀ ਵਾਸਤੇ ਅਸੀਂ ਬੇਨਤੀ ਕਰਨੇ ਹੱਥ ਜੋੜ ਕੇ ਵੀ ਆਓ ਵੱਧ ਚੜ੍ਹ ਕੇ ਇਸ ਮੰਦਰ ਨੂੰ ਸਹਿਯੋਗ ਦਿਓ। ਔਰ ਗਊ ਮਾਤਾ ਦਾ ਜਿਹੜਾ ਬੀੜਾ ਉਠਾ ਰੱਖਿਆ ਇਸ ਮੰਦਰ ਨੇ, ਉਸ ਦੇ ਵਿੱਚ ਸਹਿਯੋਗ ਕਰਕੇ ਤੇ ਸਾਰਿਆਂ ਦੇ ਪੁੰਨ ਦੇ ਭਾਗੀ ਬਣੋ। ਜੈ ਬੋਲੇ। ਦੇਖੋ ਕਿਤੇ ਨਾ ਕਿਤੇ ਸਾਡਾ ਫਰਜ਼ ਬਣਦਾ ਵਾ ਜੀ, ਜਦੋਂ ਸਾਧੂ ਮਹਾਤਮਾ ਜਿਹੜੇ ਆ ਸਾਡੇ ਵਾਸਤੇ ਐਡਾ ਵੱਡਾ ਕਰਮ ਕਰਨ ਦੇ ਆ, ਐਡਾ ਵੱਡਾ ਪ੍ਰੋਗਰਾਮ ਜਿਹੜਾ ਰੱਖਿਆ ਵੀ, ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਵੀ ਅਸੀਂ ਵੀ ਆਪਣਾ ਯੋਗਦਾਨ ਦੇਈਏ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਵੱਧ ਚੜ੍ਹ ਕੇ ਇਸ ਦਰਬਾਰ ਵਾਸਤੇ ਆਪਣਾ ਯੋਗਦਾਨ ਦਿਓਗੇ। ਔਰ ਇਸ ਦੇਖੋ ਸਾਲ ਭਰ ਇੱਥੇ ਜਿਹੜੇ ਧਾਰਮਿਕ ਸਮਾਗਮ ਜਿਹੜੇ ਕਰਵਾਏ ਜਾਂਦੇ ਨੇ, ਉਹਨਾਂ ਸਮਾਗਮਾਂ ਵਿੱਚ ਵੀ ਤੁਸੀਂ ਹਿੱਸਾ ਲਵੋ। ਧਰਤੀਨਾਥ ਮੱਠ ਵਿੱਚ ਅਸੀਂ ਹਾਂ ਜੀ, ਔਰ ਮਹਾਰਾਜ ਜਿਹੜੇ ਇਸ ਟਾਈਮ ਗਊਆਂ ਦੀ ਪੂਜਾ ਕਰ ਰਹੇ ਨੇ। ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜ੍ਹਾ ਕਲੋਜ਼ ਕਰਕੇ ਦਿਖਾਉਣ ਜੀ। ਆਹ ਦੇਖੋ ਗਊਆਂ ਦੀ ਜਿਹੜੀ ਪੂਜਾ ਇਸ ਟਾਈਮ ਚੱਲ ਰਹੀ ਹੈ ਜੀ। 11 ਧੂਣੀ ਤਪ ਜਿਹੜਾ ਤਪੱਸਿਆ ਇੱਥੇ ਚੱਲ ਰਹੀ ਸੀ, ਉਸੇ ਸਿਲਸਿਲੇ 'ਚ ਅੱਜ ਜਿਹੜੀ ਗਊਆਂ ਦੀ ਪੂਜਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ। गौ माता की जय, गौ माता की जय, बाबा धरतीनाथ जी की जय, बाबा भैरवनाथ जी महाराज की जय, श्री गुरु गोरक्षनाथ जी महाराज की जय। ਅੱਜ ਜਿਹੜਾ ਧਰਤੀਨਾਥ ਮੰਦਿਰ ਦੇ ਵਿੱਚ ਜਿਹੜੇ ਸਾਡੇ ਸੋਮਨਾਥ ਜੀ ਜਿਹੜੇ ਮੰਤ ਨੇ, ਉਹਨਾਂ ਨੇ 11 ਧੂਣਾ ਦੀ 1 ਮਹੀਨੇ ਤੋਂ ਜਿਹੜੀ ਤਪੱਸਿਆ ਕੀਤੀ ਸੀ ਕਰੋਨਾ ਮਹਾਮਾਰੀ ਨੂੰ ਦੇਖਦਿਆਂ ਹੋਇਆ ਕਿ ਦੇਸ਼ ਵਿੱਚ ਸੁੱਖ ਸ਼ਾਂਤੀ ਹੋਵੇ, ਉਸ ਲਈ ਜਿਹੜੀ ਹੈ 11 ਧੂਣਿਆਂ ਦੀ ਜਿਹੜੀ ਤਪੱਸਿਆ ਸੀ, ਅੱਜ ਉਹਦਾ ਅਖੀਰਲਾ ਦਿਨ ਆ ਜਿਹੜਾ ਉਹਦਾ ਭੋਗ ਪਾਇਆ। ਇਹ ਸਾਧੂਆਂ ਦੀ ਬੜੀ ਵੱਡੀ ਗੱਲ ਹੈ ਕਿਉਂਕਿ ਦੇਸ਼ ਨੂੰ ਜੇ ਕਰੋਨਾ ਮਹਾਮਾਰੀ ਤੋਂ ਬਚਾ ਸਕਦੇ ਨੇ ਤਾਂ ਇਹੋ ਜਿਹੇ ਮਹੰਤ ਸੰਤ ਜਿਹੜੇ ਸਾਧੂ ਸਮਾਜ ਹੀ ਤਪੱਸਿਆ ਕਰਕੇ ਜਿਹੜਾ ਕਰੋਨਾ ਮਹਾਮਾਰੀ ਤੋਂ ਦੇਸ਼ ਨੂੰ ਮੁਕਤੀ ਦਵਾ ਸਕਦੇ। ਇੱਕ ਸੁੰਦਰ ਗਊਸ਼ਾਲਾ ਵੀ ਹੈਗੀ ਇੱਥੇ ਜੀ। ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰੋਗੇ ਵੀ ਸਹਿਯੋਗ ਕਰਨਾ ਚਾਹੀਦਾ ਇੱਥੇ? ਦੇਖੋ ਗਊਸ਼ਾਲਾ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਸਾਰਿਆਂ ਨੂੰ। ਗਊਸ਼ਾਲਾ ਦਾ ਸਹਿਯੋਗ ਕਰਾਂਗੇ। ਗਊ ਮਾਤਾ ਜਿਹੜੀ ਹੈ ਸਾਡੇ ਹਿੰਦੂ ਧਰਮ ਦੀ ਸਾਡੀ ਮਾਂ ਵਾ, ਤੇ ਗਊ ਮਾਤਾ ਦੀ ਜਿੰਨਾ ਵੀ ਜੋ ਵੀ ਆ ਮਤਲਬ ਉਹਨਾਂ ਦਾ ਖਰਚਾ ਜੋ ਵੀ ਆ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਸਾਨੂੰ ਸਹਿਯੋਗ ਕਰਨਾ ਚਾਹੀਦਾ। ਕਿਉਂਕਿ ਗਊਸ਼ਾਲਾ ਦੇ ਵਿੱਚ ਜੇਕਰ ਆਪਾਂ ਸਹਿਯੋਗ ਕਰਾਂਗੇ ਹੀ, ਕਿਉਂਕਿ ਇੱਥੋਂ ਦੇ ਨਾਥ ਜੀ ਨੇ ਬੜਾ ਵੱਡਾ ਉਪਰਾਲਾ ਕਰ ਰਹੇ ਨੇ ਇੱਥੋਂ ਦੀ ਗਊਸ਼ਾਲਾ ਲਈ। ਅਸੀਂ ਜਦੋਂ ਵੀ ਆਉਂਦੇ ਹਾਂ ਦੇਖਦੇ ਹਾਂ ਬੜਾ ਵੱਡਾ ਉਪਰਾਲਾ ਕਰਦੇ ਆ। ਤੇ ਗਊਸ਼ਾਲਾ ਨੂੰ ਜਦੋਂ ਇੰਨੀਆਂ ਗਊ ਮਾਤਾ ਇੱਥੇ ਨੇ, ਉਹਨਾਂ ਨੂੰ ਜੇ ਉਹਨਾਂ ਦੀ ਰਖਵਾਲੀ ਲਈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ। ਧਰਤੀਨਾਥ ਮੱਠ ਵੀ ਜਿਹੜੇ ਸ਼ਹਿਰ ਵਾਸੀ ਪਹੁੰਚੇ ਜੀ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਇਹ ਜਿਹੜਾ ਤਪ ਕੀਤਾ ਜਾ ਰਿਹਾ ਭਾਜੀ, ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਜੀ ਬਾਬਾ ਜੀ ਬਹੁਤ ਹੀ ਕਠੋਰ ਤਪ ਕਰ ਰਹੇ ਨੇ ਜਨ ਕਲਿਆਣ ਵਾਸਤੇ, ਤਾਂ ਕਿ ਇਹ ਜੋ कोविड-19 बीमारी है ये समाज चों दूर होवे। और ये बहुत ही तपस्या कठिन है। इन्नी सेक दे विच इन्नी अग दे विच बैठ के 11 धूनियां दे विच बैठ के तपस्या करनी बहुत ही मतलब कठिन तपस्या है। और मैं इन्हां दी शलाघा करदा हां इस उपराले दी और बहुत बहुत ਵਧਾਈ ਦਿੰਦਾ ਹਾਂ। ਬੰਦਾ ਵੀ ਹੈ ਜੀ, ਵੈਲਕਮ ਕਰਨਾ ਬੰਦਾ ਵਾ ਜੀ। ਬੜਾ ਵੱਡਾ ਕਰਮ ਜਿਹੜਾ ਮਹਾਰਾਜ ਕਰ ਰਹੇ ਨੇ। ਕੀ ਕਹੋਗੇ ਗਗਨ ਜੀ? ਸਾਡੇ ਬਾਬਾ ਜੀ ਨੇ ਯੋਗੀ ਸ਼੍ਰੀ ਸੋਮਨਾਥ ਜੀ ਨੇ ਜਿਹੜਾ ਕਿ ਤਪ ਕੀਤਾ ਹੈ, ਇਹ ਉਸ ਵੇਲੇ ਤਪ ਤੇ ਬੈਠਦੇ ਸੀ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਸਿਰ ਦੇ ਉੱਪਰ ਹੁੰਦਾ ਸੀ, ਤੇ ਉਸ ਟਾਈਮ ਦੇ ਉੱਪਰ ਇਹਨਾਂ ਨੇ ਮਤਲਬ ਕਿ ਪੂਰੇ ਟਾਈਮ ਉੱਥੇ ਦੇਣਾ। ਜਦੋਂ ਦੁਪਹਿਰ ਜਦੋਂ ਸੂਰਜ ਸਾਡੇ ਸਿਰ ਤੇ ਹੁੰਦਾ ਸੀ, ਗਰਮੀ ਆਪਣੀ ਚਰਮ ਸੀਮਾ ਤੇ ਹੁੰਦੀ ਸੀ, ਤੇ ਸਾਡੇ ਬਾਬਾ ਜੀ ਜਿਹੜੇ ਤਪ ਕਰਦੇ ਸੀ। ਤੇ ਇਹ ਜਿਹੜਾ ਤਪ ਰੱਖਣ ਦਾ ਮੇਨ ਇਹਦਾ ਉਦੇਸ਼ ਇਹ ਸੀਗਾ ਕਿ ਵਿਸ਼ਵ ਵਿੱਚ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਮਹਾਮਾਰੀ ਫੈਲੀ ਹੋਈ ਆ, ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਵਾ, ਤੇ ਉਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਬਾਬਾ ਜੀ ਨੇ ਆਪਣੇ ਪੂਰੇ ਜਿਹੜੇ ਕਿ ਸਾਰੇ ਯੋਗੀ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਲਈ ਜਿਹੜੇ ਕਿ ਪੂਰੇ ਵਿਸ਼ਵ ਦੀ ਮਹਾਮਾਰੀ ਤੋਂ ਬਚਾਅ ਵਾਸਤੇ ਇਹ ਜਿਹੜੇ ਤਪ ਦਾ ਆਯੋਜਨ ਕੀਤਾ ਸੀ। ਤੇ ਇਹ ਤਾਂ ਬਹੁਤ 11 ਧੁਨੀਆਂ ਦਾ ਮਤਲਬ ਕਿ 11 ਦੇਖੋ ਬੜਾ ਵੱਡਾ ਉਪਰਾਲਾ ਵਾ ਜੀ, ਛੋਟਾ ਉਪਰਾਲਾ ਨਹੀਂ, ਸ਼ਹਿਰ ਵਾਸੀਆਂ ਦਾ ਕਹਿਣਾ ਵਾ। ਸੋ ਸਾਡੇ ਸ਼ਹਿਰ ਵਾਸੀ ਪਹੁੰਚ ਰਹੇ ਆ ਜੀ ਧਰਤੀਨਾਥ ਮੱਠ 'ਚ, ਉਹਨਾਂ ਨਾਲ ਗੱਲਬਾਤ ਕਰ ਰਹੇ ਆ। ਜਿਹੜਾ ਕਾਰਜਕ੍ਰਮ ਭਾਜੀ ਹੋ ਰਿਹਾ ਉਹਦੇ ਬਾਰੇ ਕੀ ਕਹੋਗੇ? ਦੇਖੋ ਜੀ
ਪਹਿਲੇ ਨੰਬਰ ਤੇ ਕਿ ਮੈਂ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦਾ ਇਸ ਕਾਰੀਗਰਾਂ ਦੀ, ਕਿਉਂਕਿ ਇਹ ਬਹੁਤ ਹੀ ਮਤਲਬ ਕਹਿੰਦਾ ਇੱਕ ਸੁੱਖ ਭਰੀ ਕਹਾਣੀ ਹੈ ਕਿ ਜਿਹੜੇ ਮਹਾਰਾਜ ਨੇ 11 ਧੂਣੀ ਤਪ ਰੱਖਿਆ 31 ਦਿਨ ਵਾਸਤੇ ਤਪ ਸੀਗਾ, ਜਿਹਦਾ ਅੱਜ ਭੋਗ ਪਿਆ ਵਾ। ਸ਼ਹਿਰ ਵਾਸੀ ਆ ਰਹੇ ਆ, ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਦੇ ਆ। ਦੂਜੇ ਪਾਸੇ ਜੀ ਬਹੁਤ ਪੁਰਾਣਾ ਜਿਹੜਾ ਪ੍ਰਾਚੀਨ ਮੰਦਿਰ ਆ ਬਾਬਾ ਧਰਤੀ ਨਾਥਾਂ ਜੀ ਦਾ, ਇਹ ਬਾਬਾ ਧਰਤੀ ਨਾਥ ਦੇ ਉੱਤੇ ਮਹੰਤਾਂ ਨੇ, ਉਹਨਾਂ ਦੇ ਬਜ਼ੁਰਗਾਂ ਨੇ ਕਿਸੇ ਟਾਈਮ ਤੇ ਜਿਹੜੀ ਦਾਨ ਕੀਤੀ ਸੀ, ਉਹਨਾਂ ਨੂੰ ਕੋਈ ਮਾਨਤਾ ਉਹਨਾਂ ਨੇ ਮੰਨੀ ਸੀ, ਉਹਨਾਂ ਦੀ ਪੂਰੀ ਹੋਈ ਸੀ ਤੇ ਉਹਨਾਂ ਨੇ ਦਾਨ ਕੀਤੀ ਸੀ। ਉਦੋਂ ਦੇ ਧਰਤੀ ਨਾਥਾਂ ਦੀ ਜਗ੍ਹਾ ਜਿਹੜੀ ਚੱਲਦੀ ਆ ਰਹੀ ਆ, ਨਾਥਾਂ ਦੇ ਨਾਂ ਤੇ ਹੀ ਸਾਰਾ ਕੁਝ ਮਤਲਬ ਡੇਰਾ ਜਿਹੜਾ ਚੱਲਦਾ ਆਉਂਦੇ ਆ। ਦੂਜੇ ਨੰਬਰ ਤੇ ਆ ਵਾ ਕਿ ਇੱਕ ਗਊਸ਼ਾਲਾ ਵਾ, ਬਹੁਤ ਵੱਡੀ ਗਊਸ਼ਾਲਾ ਵਾ ਤੇ ਘੱਟੋ ਘੱਟ ਵੀ ਇਹਦੇ 100-150 ਲਾਗੇ ਗਊ ਹੈਗੀ ਆ। ਮੈਂ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮੰਦਿਰ ਹੈਗਾ ਉਹ ਗਊਸ਼ਾਲਾ ਦੇ ਨਾਲ ਅਟੈਚ ਆ, ਤੇ ਜਿੰਨਾ ਵੀ ਸੰਯੋਗ ਕਰਦੇ ਨੇ ਜਾਂ ਕਿਸੇ ਕਿਸਮ ਦਾ ਕੋਈ ਦਾਨ ਦਿੰਦੇ ਨੇ, ਉਹ ਧਰਤੀ ਨਾਥਾਂ ਦੇ ਨਾਂ ਦੇ ਉੱਤੇ ਜਿਹੜਾ ਦਾਨ ਗਊਸ਼ਾਲਾ ਇੰਟਰਸਟ ਦਾ ਆਵੇ ਕਿ ਗਊਸ਼ਾਲਾ ਜਿਹੜੀ ਆ ਧਰਤੀ ਨਾਥਾਂ ਦੀ ਆ। ਕਿਉਂਕਿ ਪਹਿਲੇ ਚਲੋ ਸੇਵਾਦਾਰ ਹੈਗੇ ਸੀਗੇ, ਚੰਗੇ ਸੀ, ਚਲੋ ਉਹਨਾਂ ਨੇ ਵੀ ਸੇਵਾ ਕੀਤੀ ਜਾਂ ਕੋਈ ਗੱਲਾਂ ਹੋਈਆਂ, ਮੈਂ ਉਹਦੇ ਵਿੱਚ ਨਹੀਂ ਜਾਂਦਾ। ਦਾਨ ਜਿਹੜਾ ਸਿੱਧਾ ਮੰਦਿਰ ਜਾਣਾ ਚਾਹੀਦਾ। ਹਾਂ ਬਿਲਕੁਲ ਜੀ, ਦਾਨ ਆ ਜਿਹੜਾ ਮੰਦਿਰ ਚ ਆਵੇ ਕਿ ਜਿਹੜੀ ਗਊ ਸੇਵਾ ਜਿਹੜੀ ਹੋ ਸਕੇ, ਕਿਉਂਕਿ ਸੇਵਾ ਸੰਭਾਲ ਆ ਜਿਹੜੀ ਇਸ ਵੇਲੇ ਜਿਹੜੇ ਨਾਥ ਜੀ ਆਏ ਨੇ ਇੱਥੇ, ਬਹੁਤ ਵਧੀਆ ਨਾਥ ਜੀ ਆ, ਤੇ ਉਹ ਸੇਵਾ ਸੰਭਾਲ ਜਿਹੜੀ ਬਹੁਤ ਵਧੀਆ ਕਰ ਰਹੇ ਨੇ, ਤੇ ਅਸੀਂ ਸ਼ਹਿਰ ਵਾਲੇ ਵੀ ਇਹਨਾਂ ਦੇ ਨਾਲ ਆ। ਜੋ ਸੰਯੋਗ ਹੋਏਗਾ ਅਸੀਂ ਵੀ ਇੱਥੇ ਪਾਵਾਂ ਕਰਾਂਗੇ, ਤੇ ਬਾਕੀ ਸੇਵਾ ਜਿਹੜੀ ਆ ਗਊ ਦੀ, ਉਹ ਤੇ ਆਪਣੀ ਮਾਂ ਦੀ ਸੇਵਾ ਕਰਨ ਦੇ ਬਰਾਬਰ ਆ। ਉਹਦੇ ਇਹ ਜਿਹੜੇ ਤਪ ਕੀਤਾ ਸੰਤ ਮਹਾਰਾਜ ਨੇ ਸਾਨੂੰ ਦੇਖ ਕੇ ਜੋ ਸਾਨੂੰ ਸਿੱਖਿਆ ਗ੍ਰਹਿਣ ਹੁੰਦੀ ਹੈ, ਇਹ ਸਕੂਲਾਂ 'ਚ ਕਾਲਜਾਂ 'ਚ ਜਾ ਕੇ ਡਿਗਰੀਆਂ ਲੈ ਕੇ ਵੀ ਨਹੀਂ ਹੋਣੀ। ਇਹ ਚੀਜ਼ ਸਾਡੇ ਲਈ ਬਹੁਤ ਜ਼ਰੂਰੀ ਆ। ਅਸੀਂ ਸਾਡਾ ਇੰਨਾ ਕੁ ਸ਼ਡਿਊਲ ਹੋ ਗਿਆ ਦਾ ਵਾ ਬਿਜੀ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੋ ਜਿਹੀ ਚੀਜ਼ਾਂ ਨਹੀਂ ਦੱਸ ਸਕਦੇ ਜੋ ਉੱਥੇ 10-20 ਮਿੰਟਾਂ 'ਚ ਅੱਧਾ ਘੰਟਾ 'ਚ ਮੱਥਾ ਟੇਕ ਕੇ ਸੰਤਾਂ ਨੂੰ ਮਿਲ ਕੇ ਤੇ ਗੈਰਾਂ ਹੁੰਦੀਆਂ। ਅੱਜ ਕੱਲ੍ਹ ਹਿੰਦੂ ਧਰਮ ਲਈ ਸਾਡੇ ਲਈ ਜਿੰਨਾ ਕੁ ਪਿੱਛੇ ਪੈ ਰਿਹਾ, ਹਰ ਬੰਦਾ ਦੂਸਰੇ ਧਰਮ ਵਾਲੇ ਹਿੰਦੂ ਨੂੰ ਦਬਾ ਰਿਹਾ। ਇਹ ਆਪਣੇ ਧਰਮ ਦੇ ਬਹੁਤ ਪਿੱਛੇ ਜਾਣ ਦੇ ਆ। ਤੁਹਾਡਾ ਕਹਿਣ ਵਾਲੇ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ। ਮੇਰੇ ਕਹਿਣ ਦਾ ਮਤਲਬ ਇਹੀ ਕਿ ਆਪਣੇ ਬੱਚਿਆਂ ਨੂੰ ਸਕੂਲਾਂ ਕਾਲਜਾਂ 'ਚ ਬੇਸ਼ੱਕ ਦੀ ਜਿੰਨੀ ਮਰਜ਼ੀ ਸਿੱਖਿਆ ਵਧੀਆ ਤੋਂ ਵਧੀਆ ਦਿਓ, ਡਾਕਟਰ ਇੰਜੀਨੀਅਰ ਬਣਾਓ, ਲੇਕਿਨ ਉਹਨਾਂ ਨੂੰ ਹਿੰਦੂ ਵੀ ਬਣਾਓ। ਇਹ ਨਹੀਂ ਕਿ ਉਹਨਾਂ ਨੂੰ ਪਤਾ ਲੱਗੇ ਸਾਡਾ ਧਰਮ ਕੀ ਆ। ਹਿੰਦੂ ਦੇਵੀ ਦੇਵਤਿਆਂ ਦੇ ਵਿੱਚ ਜੋ ਸਾਡਾ ਸਨਾਤਨ ਧਰਮ ਹੈ, ਇਹਦੀ ਜੈ ਤਾਂ ਹੀ ਹੈ ਜੇ ਅਸੀਂ ਹੈ ਵਾਂ ਤੇ ਇਹਦੀ ਜੈ ਵਾ, ਨਹੀਂ ਤੇ ਨਹੀਂ ਹੈਗੀ। ਕਹਿਣ ਦਾ ਮਤਲਬ ਇਹ ਹੈ ਜੀ, ਆਪਣੇ ਬੱਚਿਆਂ ਨੂੰ ਸੰਸਕ੍ਰਿਤੀ ਨਾਲ ਜੋੜੋ, ਆਪਣੇ ਧਰਮ ਨਾਲ ਜ਼ਰੂਰ ਜੋੜੋ। वयं चकार चण्डताण्डवं तनोतु नः। शिव शिवं 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 शिव शिवं। जटाकटाः सम्भ्रमा भ्रमन्निलिम्प निर्झरी विलोलवीचि वल्लरी विराजमानमूर्धनि।